ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲੋਕਾਂ ਦਾ ਉਧਾਰ ਕਰਦੇ ਹੋਏ ਇੱਕ ਪਿੰਡ ਵਿੱਚ ਜਾ ਪਹੁੰਚੇ। ਉਸ ਪਿੰਡ ਵਿੱਚ ਇੱਕ ਸਿੱਖ ਰਹਿੰਦਾ ਸੀ। ਜਦੋਂ ਕੋਈ ਸੰਤ ਮਹਾਂਪੁਰਸ਼ ਉਸ ਸਿੱਖ ਦੇ ਘਰ ਜਾਂਦਾ ਤਾਂ ਉਹ ਸਿੱਖ ਬਹੁਤ ਹੀ ਸਤਿਕਾਰ ਸਹਿਤ ਉਹਨਾਂ ਸੰਤਾਂ ਦੀ ਸੇਵਾ ਕਰਦਾ ਸੀ। ਉਹ ਸਿੱਖ ਹਰ ਇੱਕ ਸੰਤ ਨੂੰ ਇੱਕ ਸਵਾਲ ਜ਼ਰੂਰ ਕਰਦਾ ਸੀ ਕਿ ਸਾਧੂ ਦੇ ਦਰਸ਼ਨ ਕਰਨ ਨਾਲ ਜੋ ਫਲ ਪ੍ਰਾਪਤ ਹੁੰਦਾ ਹੈ, ਇਸ ਬਾਰੇ ਦੱਸੋ ਜੀ। ਉਸ ਦੀ ਇਹ ਇੱਛਾ ਪੂਰੀ ਕਰਨ ਲਈ ਗਰੀਬ ਨਵਾਜ਼ ਗੁਰੂ ਜੀ ਉਸ ਦੇ ਘਰ ਜਾ ਪਹੁੰਚੇ। ਉਸਨੇ ਬੜੇ ਆਦਰ ਸਤਿਕਾਰ ਨਾਲ ਗੁਰੂ ਜੀ ਦੇ ਚਰਨ ਕਮਲਾਂ ਵਿੱਚ ਨਮਸਕਾਰ ਕੀਤੀ। ਗੁਰੂ ਜੀ ਨੂੰ ਘਰ ਵਿੱਚ ਨਿਵਾਸ ਕਰਵਾ ਕੇ ਉਸ ਸਿੱਖ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ। ਉਸਨੇ ਬਹੁਤ ਹੀ ਪ੍ਰੇਮ ਨਾਲ ਗੁਰੂ ਜੀ ਦੀ ਸੇਵਾ ਕੀਤੀ। ਫਿਰ ਉਹ ਸਿੱਖ ਉਸੇ ਤਰ੍ਹਾਂ ਹੀ ਗੁਰੂ ਜੀ ਨੂੰ ਪੁੱਛਣ ਲੱਗਿਆ ਕਿ ਗੁਰੂ ਜੀ, ਸਾਧ ਮਿਲਾਪ ਦਾ ਕੀ ਫਲ ਹੁੰਦਾ ਹੈ, ਇਸ ਬਾਰੇ ਚਾਨਣਾ ਪਾਓ ਜੀ। ਮੈਂ ਬਹੁਤ ਸਾਧੂ ਸੰਤਾਂ ਨਾਲ ਇਹ ਪ੍ਰਸ਼ਨ ਕੀਤਾ ਹੈ, ਪਰ ਮੈਨੂੰ ਇਸ ਦਾ ਕਿਸੇ ਨੇ ਵੀ ਉੱਤਰ ਨਹੀਂ ਦਿੱਤਾ। ਬਹੁਤ ਸਾਰੇ ਸਾਧੂ ਸੰਤ ਮੈਨੂੰ ਕਈ ਤਰ੍ਹਾਂ ਨਾਲ ਦੱਸਦੇ ਰਹੇ, ਪਰ ਮੇਰੀ ਤਸੱਲੀ ਨਹੀਂ ਹੋਈ। ਸੋ ਇਸ ਸਵਾਲ ਦਾ ਜਿਵੇਂ ਆਪ ਜੀ ਪੂਰਨ ਗੁਰੂ ਹੋ, ਉਸੇ ਤਰ੍ਹਾਂ ਦਾ ਹੀ ਪੂਰਾ ਉੱਤਰ ਦੇਵੋ। ਕਿਰਪਾ ਨਿਦਾਨ ਗੁਰੂ ਜੀ ਨੇ ਉਸ ਸਿੱਖ ਨੂੰ ਆਖਿਆ ਕਿ ਤੂੰ ਕੱਲ੍ਹ ਇੱਕ ਵੱਡੀ ਉਜਾੜ ਵਿੱਚ ਚਲਾ ਜਾ। ਉੱਥੇ ਇੱਕ ਬਹੁਤ ਸੋਹਣਾ ਰੁੱਖ ਹੋਵੇਗਾ। ਤੂੰ ਵਾਹਿਗੁਰੂ ਕਹਿ ਕੇ ਉਸ ਰੁੱਖ ਹੇਠਾਂ ਬੈਠ ਜਾਵੀਂ। ਉੱਥੇ ਤੇਰੀ ਤਸੱਲੀ ਹੋ ਜਾਵੇਗੀ। ਉਹ ਸਿੱਖ ਗੁਰੂ ਜੀ ਦੇ ਬੋਲ ਸੁਣ ਕੇ ਵੱਡੀ ਸਾਰੀ ਉਜਾੜ ਵੇਖ ਕੇ ਉੱਥੇ ਚਲਾ ਗਿਆ ਅਤੇ ਉਸਨੇ ਜਿੱਥੇ ਗੁਰੂ ਜੀ ਨੇ ਦੱਸਿਆ ਸੀ ਦਰਖਤ ਲੱਭ ਲਿਆ। ਉਹ ਉਸ ਹੇਠ ਵਾਹਿਗੁਰੂ ਕਹਿ ਕੇ ਬੈਠ ਗਿਆ। ਉਸ ਦਰਖਤ ਉੱਪਰ ਉਸ ਸਿੱਖ ਨੇ 2 ਕਾਂ ਬੈਠੇ ਹੋਏ ਵੇਖੇ, ਜੋ ਇਸ ਸਿੱਖ ਦੇ ਦਰਸ਼ਨ ਕਰਕੇ ਬਗਲੇ ਹੋ ਗਏ। ਉਹ ਉੱਥੇ ਕਿੰਨਾ ਚਿਰ ਬੈਠਣ ਤੋਂ ਬਾਅਦ ਮੁੜ ਕੇ ਆ ਗਿਆ ਤੇ ਗੁਰੂ ਜੀ ਨੂੰ ਇਸ ਤਰ੍ਹਾਂ ਕਹਿਣ ਲੱਗਾ, ਗੁਰੂ ਜੀ, ਜਿੱਥੇ ਤੁਸੀਂ ਮੈਨੂੰ ਭੇਜਿਆ ਸੀ ਮੈਂ ਉੱਥੇ ਗਿਆ ਸੀ, ਪਰ ਮੈਨੂੰ ਨਾ ਤਾਂ ਕੋਈ ਮਿਲਿਆ ਤੇ ਨਾ ਹੀ ਮੈਂ ਕੋਈ ਉੱਤਰ ਪ੍ਰਾਪਤ ਕੀਤਾ ਹੈ। ਇਹ ਸੁਣ ਕੇ ਗੁਰੂ ਜੀ ਨੇ ਆਖਿਆ ਕਿ ਤੁਸੀਂ ਕੱਲ੍ਹ ਨੂੰ ਉੱਥੇ ਸਵੇਰੇ ਫਿਰ ਜਾਣਾ, ਉੱਥੋਂ ਤੁਹਾਨੂੰ ਉੱਤਰ ਮਿਲ ਜਾਵੇਗਾ। ਉਹ ਸਿੱਖ ਅਗਲੇ ਦਿਨ ਗੁਰੂ ਜੀ ਦੀ ਆਗਿਆ ਲੈ ਕੇ ਉੱਥੇ ਚਲਾ ਗਿਆ ਅਤੇ ਜਾ ਕੇ ਉਸੇ ਦਰਖਤ ਹੇਠਾਂ ਬੈਠ ਗਿਆ। ਉਹੀ 2 ਬਗਲੇ ਜਿਹੜੇ ਪਹਿਲਾਂ 2 ਕਾਂ ਸੀ, ਹੁਣ ਦੁਬਾਰਾ ਉਸ ਸਿੱਖ ਦੇ ਦਰਸ਼ਨ ਕਰਕੇ ਹੰਸ ਹੋ ਗਏ। ਉਹ ਸਿੱਖ ਉਹਨਾਂ ਨੂੰ ਇਸ ਤਰ੍ਹਾਂ ਹੰਸ ਬਣੇ ਵੇਖ ਕੇ ਫਿਰ ਵਾਪਸ ਘਰ ਆ ਗਿਆ। ਉਸਨੇ ਗੁਰੂ ਜੀ ਕੋਲ ਬੈਠ ਕੇ ਸਾਰਾ ਬਿਰਤਾਂਤ ਗੁਰੂ ਜੀ ਨੂੰ ਸੁਣਾਇਆ ਕਿ ਪਹਿਲੇ ਦਿਨ ਮੈਂ 2 ਕਾਂ ਬਗਲੇ ਬੰਦੇ ਹੋਏ ਵੇਖੇ ਸਨ ਤੇ ਅੱਜ ਬਗਲਿਆਂ ਤੋਂ ਦੋਨੋਂ ਹੰਸ ਬੰਦੇ ਹੋਏ ਵੇਖੇ, ਪਰ ਕਿਸੇ ਨੇ ਮੇਰਾ ਉੱਤਰ ਨਾ ਦੇ ਕੇ ਮੇਰੀ ਤਸੱਲੀ ਨਹੀਂ ਕੀਤੀ। ਸਿੱਖ ਦੇ ਬੋਲ ਸੁਣ ਕੇ ਗੁਰੂ ਜੀ ਨੇ ਫਿਰ ਕਥਨ ਕੀਤਾ ਕਿ ਇਸ ਵਾਰ ਤੂੰ ਫਿਰ ਉਸ ਥਾਂ 'ਤੇ ਜਾ ਜਿੱਥੇ ਉਹ ਹੰਸ ਰਹਿੰਦੇ ਹਨ। ਤੈਨੂੰ ਉੱਤਰ ਮਿਲ ਜਾਵੇਗਾ ਤੇ ਤੇਰੀ ਚਿੰਤਾ ਦੂਰ ਹੋ ਜਾਵੇਗੀ। ਅਗਲੀ ਸਵੇਰ ਉਹ ਸਿੱਖ ਫਿਰ ਉੱਧਰ ਚਲਾ ਗਿਆ। ਹੰਸਾਂ ਨੇ ਜਦੋਂ ਉਸ ਵੱਲ ਤੱਕਿਆ ਤਾਂ ਤੁਰੰਤ ਹੀ ਉਹਨਾਂ ਦੇ ਮਨੁੱਖਾਂ ਦੇ ਸਰੀਰ ਹੋ ਗਏ। ਉਹ ਦੋਨੋਂ ਨਰ ਨਾਰੀ ਦਰਖਤ ਦੇ ਹੇਠਾਂ ਆ ਬੈਠੇ। ਉਹੀ ਸਿੱਖ ਨੇ ਫਿਰ ਜਾ ਕੇ ਉਸ ਨਰ ਨਾਰੀ ਨੂੰ ਉਹੀ ਸਵਾਲ ਕੀਤਾ ਕਿ ਸਾਧ ਦੇ ਮਿਲਾਪ ਦਾ ਕੀ ਫਲ ਹੁੰਦਾ ਹੈ, ਮੈਨੂੰ ਇਸ ਬਾਰੇ ਦੱਸੋ ਜੀ। ਤਾਂ ਉਹਨਾਂ ਮਨੁੱਖਾਂ ਨੇ ਉਸ ਸਿੱਖ ਨੂੰ ਕਿਹਾ ਕਿ ਤੇਰੇ ਮਨ ਦੀ ਤਸੱਲੀ ਅਜੇ ਤੱਕ ਵੀ ਨਹੀਂ ਹੋਈ। ਪਹਿਲਾਂ ਸਾਡੀ ਕਾਂ ਦੀ ਦੇਹੀ ਸੀ, ਤੁਹਾਡੇ ਦਰਸ਼ਨ ਹੋਏ, ਅਸੀਂ ਬਗਲੇ ਬਣ ਗਏ। ਤੁਹਾਡੀ ਹੀ ਕਿਰਪਾ ਨਾਲ ਫਿਰ ਹੰਸ ਬਣ ਗਏ। ਤੁਸੀਂ ਦਰਸ਼ਨ ਦੇ ਕੇ ਸਾਨੂੰ ਨਿਹਾਲ ਕਰ ਦਿੱਤਾ ਤੇ ਫਿਰ ਜਦੋਂ ਤੁਸੀਂ ਆਏ ਤਾਂ ਅਸੀਂ ਨਰ ਨਾਰੀ ਹੋ ਗਏ। ਹੁਣ ਆਪਣੇ ਹਿਰਦੇ ਵਿੱਚ ਸੰਤ ਮਿਲਾਪ ਦਾ ਫਲ ਵਿਚਾਰ ਲਵੋ। ਤੁਹਾਡੇ ਗੁਰੂ ਧੰਨ ਹਨ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਪਾਪੀ ਪਵਿੱਤਰ ਹੋ ਜਾਂਦੇ ਹਨ। ਸਾਨੂੰ ਉਹਨਾਂ ਦੇ ਦਰਸ਼ਨ ਕਰਾਵੋ ਜੀ। ਸਾਡੇ ਮੋਹ ਹੰਕਾਰ ਦੇ ਸਾਰੇ ਭਰਮ ਦੂਰ ਕਰਾ ਦੇਵੋ ਜੀ। ਉਸ ਸਿੱਖ ਨੇ
ਖੁਸ਼ ਹੋ ਕੇ ਉਹਨਾਂ ਦੋਨਾਂ ਨੂੰ ਨਾਲ ਲਿਆ ਤੇ ਉਹ ਗੁਰੂ ਜੀ ਪਾਸ ਚੱਲ ਕੇ ਆ ਗਏ। ਨਿਮਰ ਹੋ ਕੇ ਨਮਸਕਾਰ ਕੀਤੀ। ਉਹਨਾਂ ਦੀ ਮੋਹ ਪਿਆਰ ਦੀ ਫੰਦੀ ਕੱਟੀ ਗਈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਸਿੱਖ ਨੂੰ ਕਿਹਾ ਕਿ ਹੁਣ ਤੇਰੀ ਤਸੱਲੀ ਹੋ ਗਈ ਹੈ। ਉਸਨੇ ਦੋਨੋਂ ਹੱਥ ਜੋੜ ਕੇ ਬੇਨਤੀ ਕਰਕੇ ਕਿਹਾ ਕਿ ਜਦੋਂ ਕਰਤਾ ਪੁਰਖ ਆ ਕੇ ਮਿਲ ਪੈਣ ਤਾਂ ਮਨ ਦੀਆਂ ਇੱਛਾਵਾਂ ਦੀ ਤਸੱਲੀ ਫਿਰ ਕਿਉਂ ਨਾ ਹੋਵੇ। ਉਸਦੇ ਬੋਲ ਸੁਣ ਕੇ ਗੁਰੂ ਜੀ ਨੇ ਬਹੁਤ ਹੀ ਮਿੱਠੇ ਬਚਨ ਉਚਾਰਨ ਕਰਦੇ ਹੋਏ ਆਖਿਆ ਕਿ ਸੰਤਾਂ ਦੀ ਸੇਵਾ ਕਰਨ ਦੇ ਸਦਕਾ ਤੇਰੇ ਜਨਮ ਮਰਨ ਦੇ ਸਾਰੇ ਝੰਜਟ ਝੰਜਾਲ ਦੂਰ ਹੋ ਗਏ ਹਨ। ਪੁਰਬਲੇ ਕਰਮਾਂ ਅਨੁਸਾਰ ਦੁੱਖ ਸੁੱਖ ਭੋਗਣ ਪਿੱਛੋਂ ਹੀ ਮੁਕਤੀ ਪ੍ਰਾਪਤ ਹੁੰਦੀ ਹੈ। ਉਸ ਨੂੰ ਇਹ ਵਰ ਦੇ ਕੇ ਗੁਰੂ ਜੀ ਉੱਥੋਂ ਚੱਲ ਪਏ। ਸੋ ਸਾਧ ਸੰਗਤ ਜੀ, ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ।